ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਗੁਰਬਾਣੀ ਉੱਪਰ ਸਾਡੀ ਵਿਚਾਰ ਲੜੀ ਚੱਲ ਰਹੀ ਹੈ। ਪਿਛਲੀ ਵੀਡੀਓ ਵਿੱਚ ਅਸੀਂ ਵਿਚਾਰਿਆ ਸੀ ਕਿ ਕਿਵੇਂ ਗੁਰਮਤ ਸਿੱਖੀ ਦੇ ਜੋ ਦੁਸ਼ਮਣ ਨੇ ਉਹ ਕਿਵੇਂ ਗੋਝੀਆਂ ਚਾਲਾਂ ਚੱਲ ਕੇ, ਟੇਢੀਆਂ ਚਾਲਾਂ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ ਜੜ੍ਹ ਤੋਂ ਖਤਮ ਕਰਨ ਦੇ ਉਪਰਾਲੇ ਕੋਸ਼ਿਸ਼ਾਂ ਕਰ ਰਹੇ ਹਨ। ਆਸਾ ਦੀ ਵਾਰ ਨੂੰ ਅਸੀਂ 2 ਵੀਡੀਓ ਵਿੱਚ ਵਿਚਾਰਿਆ ਸੀ ਕਿ ਕਿਵੇਂ ਆਸਾ ਦੀ ਵਾਰ, ਜੋ ਅਸਲ ਆਸਾ ਦੀ ਵਾਰ ਸਾਡੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਸੰਪਾਦਿਤ ਕੀਤੀ ਸੀ, ਉਸ ਵਿੱਚ ਹੋਰ ਮਿਲਾਵਟ ਕਰਕੇ ਪਹਿਲਾਂ ਗੁਰਬਾਣੀ ਦੇ ਸ਼ਬਦ ਮਿਲਾਏ, ਉਸ ਤੋਂ ਬਾਅਦ ਹੁਣ ਵਚਿੱਤਰ ਨਾਟਕ ਦੇ ਇਹ ਸ਼ਬਦ ਮਿਲਾਉਣੇ ਸ਼ੁਰੂ ਕਰ ਦਿੱਤੇ, ਜੋ ਕਿ ਸਾਡੇ ਵਿਰੋਧੀਆਂ ਦਾ ਮੁੱਖ ਮਕਸਦ, ਮੁੱਖ ਟੀਚਾ ਸੀ। ਮੈਨੂੰ ਮੇਰੇ ਬੇਟੇ ਨਵਪ੍ਰੀਤ ਸਿੰਘ ਮਾਨ ਵੱਲੋਂ ਇੱਕ ਸਲਾਹ, ਇੱਕ ਸੁਨੇਹਾ ਆਇਆ ਕਿ ਜਿਵੇਂ ਆਸਾ ਦੀ ਵਾਰ ਦਾ ਸੱਚ ਸੰਗਤਾਂ ਸਾਹਮਣੇ ਪ੍ਰਗਟ ਕੀਤਾ ਹੈ, ਇਵੇਂ ਹੀ ਸ਼ਾਮ ਨੂੰ ਪੜ੍ਹੀ ਜਾਂਦੀ ਬਾਣੀ ਜੋ ਸਾਡੇ ਨਿਤਨੇਮ ਦਾ ਹਿੱਸਾ ਹੈ, ਉਸ ਨੂੰ ਅੱਜ ਕੱਲ੍ਹ ਰਹਿਰਾਸ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਇਹ ਸੌਦਰ ਦਾ ਪਾਠ, ਸੌਦਰ ਰਹਿਰਾਸ ਵੀ ਉਸ ਨੂੰ ਕਹਿੰਦੇ ਸਨ। ਉਸ ਦੇ ਬਾਰੇ ਵੀ ਇਵੇਂ ਹੀ ਵਿਚਾਰ ਕੀਤੀ ਜਾਵੇ, ਕਿਉਂਕਿ ਕਿਸੇ ਗੁਰਦੁਆਰਾ ਸਾਹਿਬ ਵਿਖੇ ਚਲੇ ਜਾਓ, ਉੱਥੇ ਹਰ ਗੁਰਦੁਆਰੇ ਦੀ ਆਪਣੀ ਆਪਣੀ ਮਰਜ਼ਾਦਾ ਹੈ, ਆਪਣੇ ਆਪਣੇ ਢੰਗ ਨਾਲ ਸ਼ਾਮ ਦਾ ਜੋ ਨਿਤਨੇਮ ਕੀਤਾ ਜਾਂਦਾ ਹੈ। ਕਿਤੇ ਤਾਂ ਉਹ 15 ਮਿੰਟ ਦਾ ਨਿਤਨੇਮ ਹੈ, ਕਿਤੇ 20 ਮਿੰਟ ਦਾ, ਅਤੇ ਕਿਤੇ 45 ਮਿੰਟ ਸੌਦਰ ਰਹਿਰਾਸ ਕੀਤੀ ਜਾਂਦੀ ਹੈ। ਇਹ ਅਲੱਗ-ਅਲੱਗ ਕਿਉਂ? ਇਸ ਦੀ ਜੜ ਕਿੱਥੇ ਹੈ? ਕਿਸਨੇ ਲਗਾਈ? ਕਿਉਂ ਲਗਾਈ? ਕਿਵੇਂ ਲਗਾਈ? ਇਸ ਦੇ ਬਾਰੇ ਵਿਚਾਰ ਕੀਤੀ ਜਾਵੇ, ਕਿਉਂਕਿ ਕੋਈ ਕੌਮ, ਕੋਈ ਜਥੇਬੰਦੀ, ਕੋਈ ਪੰਥ ਜਦੋਂ ਏਕਤਾ ਤੋਂ ਅਨੇਕਤਾ ਵਿੱਚ ਵੰਡਿਆ ਜਾਵੇ, ਜਦੋਂ ਆਪਣਾ ਅਨੁਸ਼ਾਸਨ ਭੰਗ ਕਰਕੇ, ਡਿਸਿਪਲਿਨ ਤੋੜ ਕੇ ਆਪ ਮੁਹਾਰੇ ਹੋ ਜਾਵੇ, ਤਾਂ ਫਿਰ ਉਹ ਜਥੇਬੰਦੀ, ਉਹ ਕੌਮ, ਉਹ ਪੰਥ ਜ਼ਿਆਦਾਤਰ ਜਿਉਂਦਾ ਨਹੀਂ ਰਹਿ ਸਕਦਾ। ਉਹ ਆਪਸ ਵਿੱਚ ਖਹਿ ਕੇ ਖਤਮ ਹੋ ਜਾਵੇਗਾ। ਅਸੀਂ ਜਦੋਂ ਪੁਰਾਤਨ ਇਤਿਹਾਸ ਵੱਲ ਜਾਂਦੇ ਹਾਂ, ਸਾਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਲਾਸਾਨੀ, ਕੁਰਬਾਨੀ, ਸ਼ਹੀਦੀ ਦਿੱਤੀ। ਉਹ ਸਭ ਕੁਝ ਵਿੱਚ ਸਾਡੇ ਆਪਣੇ ਹੀ ਭਾਈਵਾਲ ਸਨ, ਕੋਈ ਬਾਹਰਲਿਆਂ ਦੀ ਗੱਲ ਨਹੀਂ ਸੀ, ਆਪਣੇ ਹੀ ਸਨ। ਜੇ ਹੋਰ ਪਿਛੋਕੜ ਵਿੱਚ ਜਾਈਏ ਤਾਂ ਸਿੱਖੀ ਦੇ ਦੁਸ਼ਮਣ ਨੇ ਉਸ ਦਿਨ ਤੋਂ ਹੀ ਸਾਡੀ ਪੈੜ ਨੱਪ ਲਈ ਸੀ, ਜਿਸ ਦਿਨ 9 ਸਾਲ ਦੇ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਸੀ। ਉਸ ਦਿਨ ਤੋਂ ਉਹ ਇੱਕਦਮ ਬੁਖਲਾ ਗਿਆ ਸੀ ਕਿ ਇਹ ਕਿਵੇਂ? ਫਿਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਸੱਚ ਦਾ ਹੁੱਕਾ ਦਿੱਤਾ, ਭਾਵੇਂ ਸੂਰਜ ਨੂੰ ਪਾਣੀ ਦੇਣ ਦੇ ਵਿਰੁੱਧ ਵਿੱਚ ਖੇਤਾਂ ਨੂੰ ਪਾਣੀ ਦੇਣ ਵਾਲਾ ਜੋ ਕੌਤਕ ਕੀਤਾ ਹੋਵੇ, ਭਾਵੇਂ ਸ਼ਰਾਧਾਂ ਦੇ ਬਾਰੇ ਗੱਲ ਹੋਵੇ, ਜਨੇਊ ਦੇ ਬਾਰੇ ਗੱਲ ਹੋਵੇ, ਹਰ ਜਗ੍ਹਾ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਦਾ ਪੈਗਾਮ, ਸੱਚ ਦਾ ਸੁਨੇਹਾ ਸੰਸਾਰ ਦੇ ਲੋਕਾਂ ਨੂੰ ਦਿੱਤਾ। ਪਰ ਵਿਰੋਧੀਆਂ ਨੇ ਦੇਖਿਆ ਕਿ ਸਿੱਧੀ ਟੱਕਰ ਲੈ ਕੇ ਗੁਰੂ ਨਾਨਕ ਪਾਤਸ਼ਾਹ ਨਾਲ ਅਸੀਂ ਇਸ ਧਰਮ ਨੂੰ, ਇਸ ਮਾਰਗ ਨੂੰ ਖਤਮ ਨਹੀਂ ਕਰ ਸਕਦੇ। ਉਹਨਾਂ ਨੇ ਇਹ ਜਿਹੜਾ ਬੀਜ ਸਿੱਖੀ ਵਿੱਚ ਬੀਜਿਆ, ਸ਼੍ਰੀ ਚੰਦ ਦੁਆਰਾ ਬੀਜ ਦਿੱਤਾ। ਇਹ ਚੱਲਦਾ ਰਿਹਾ। ਅੱਗੋਂ ਗੁਰੂ ਅੰਗਦ ਦੇਵ ਜੀ ਪਾਤਸ਼ਾਹ, ਭਾਈ ਦਾਤੂ ਤੇ ਦਾਸੂ ਦੁਆਰਾ ਉਹੀ ਵਿਰੋਧ ਵਾਲੀ ਸੁਰ, ਫਿਰ ਬਾਬਾ ਮੋਹਨ ਦੁਆਰਾ ਵਿਰੋਧ ਵਾਲੀ ਸੁਰ, ਫਿਰ ਪ੍ਰਿਥੀ ਚੰਦ, ਫਿਰ ਧੀਰਮਲ, ਫਿਰ ਰਾਮ ਰਾਏ। ਭਾਵ ਸਾਡੇ ਵਿਰੋਧੀਆਂ ਨੇ ਸਾਡੇ ਘਰ ਵਿੱਚੋਂ ਹੀ ਬੰਦੇ ਪੁੱਟ ਕੇ
ਸਿੱਖੀ ਦੇ ਵਿਰੋਧ ਵਿੱਚ ਖੜੇ ਕੀਤੇ ਔਰ ਉਹਨਾਂ ਸਦਕਾ ਸਿੱਖੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ। ਪਰ ਫਿਰ ਵੀ ਕਿਉਂਕਿ ਪੰਚਮ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰ ਗਏ ਸਨ, ਰਹਿਮਤ ਕਰ ਗਏ ਸਨ, ਉਹਨਾਂ ਨੇ ਸਾਰੀ ਬਾਣੀ ਨੂੰ ਇਕੱਠਾ ਕਰਕੇ ਇੱਕ ਗ੍ਰੰਥ ਦਾ ਰੂਪ ਦੇ ਦਿੱਤਾ ਸੀ। ਸਾਡੇ ਵਿਰੋਧੀ ਦੀਆਂ ਚਾਲਾਂ ਉਹ ਫੇਲ ਹੋਣ ਲੱਗੀਆਂ ਵੀ ਸਿੱਖਾਂ ਨੂੰ ਜਿੰਨਾ ਮਰਜ਼ੀ ਕੋਈ ਵਰਗਲਾ ਲਵੇ ਪਰ ਉਹ ਗੁਰਬਾਣੀ ਨਾਲ ਜੁੜ ਕੇ ਸੱਚ ਨਾਲ ਜੁੜ ਜਾਂਦੇ ਸਨ। ਬੜਾ ਔਖਾ ਹੋਇਆ ਸਾਡੇ ਦੁਸ਼ਮਣ ਲਈ। ਹੁਣ ਕੀ ਕਰੀਏ? ਉਸਨੇ ਫਿਰ ਤਰਕੀਬ ਕੀਤੀ ਕਿ ਭਾਈ ਐਵੇਂ ਗੱਲ ਨਹੀਂ ਬਣਨੀ। ਹੁਣ ਅਸੀਂ ਇਹਨਾਂ ਦੀ ਬਾਣੀ ਵਿੱਚ ਮਿਲਾਵਟ ਤਾਂ ਕੋਈ ਕਰ ਨਹੀਂ ਸਕਦੇ। ਰਾਗਮਾਲਾ ਆਖਰ ਵਿੱਚ ਦਾਖਲ ਕਰ ਦਿੱਤੀ। ਹੋਰ ਵੀ ਥੋੜ੍ਹਾ ਬਹੁਤ ਜੋ ਅੰਦਰ ਸਿਹਾਰੀਆਂ ਵਿਆਰੀਆਂ ਜਾਂ ਔਂਕੜਾਂ ਦਲੈਂਕੜਾਂ ਦਾ ਫਰਕ ਪਾ ਦਿੱਤਾ। ਅਸਲੀ ਬੀੜਾਂ ਵੀ ਜੋ ਅਸਲੀ ਪੰਚਮ ਪਾਤਸ਼ਾਹ ਨੇ ਸੰਪਾਦਿਤ ਕੀਤੀ ਸੀ ਉਸ ਨੂੰ ਵੀ ਕਿਤੇ ਇੱਧਰ ਉੱਧਰ ਕਰ ਦਿੱਤਾ। ਨਕਲੀ ਬੀੜਾਂ ਵੀ ਤਿਆਰ ਕਰ ਲਈਆਂ ਪਰ ਫਿਰ ਵੀ ਸਿੱਖ ਆਪਣੇ ਗੁਰੂ ਨਾਲ ਜੁੜੇ ਰਹੇ ਔਰ ਗੁਰੂ ਦੀ ਬਾਣੀ ਨਾਲ ਜੁੜ ਕੇ ਸੱਚ ਨਾਲ ਜੁੜੇ ਰਹੇ। ਪੂਰੀਆਂ ਕੋਸ਼ਿਸ਼ਾਂ ਫੇਲ ਹੋ ਗਈਆਂ। ਫਿਰ ਸਾਡੇ ਦੁਸ਼ਮਣ ਨੇ ਹੋਰ ਗ੍ਰੰਥ ਰਚਿਤ ਕੀਤੇ, ਗ੍ਰੰਥਾਂ ਦੀ ਰਚਨਾ ਕੀਤੀ ਕਿਉਂਕਿ ਉਸ ਨੇ ਸਮਝਿਆ ਕਿ ਦੁਸ਼ਮਣ ਅਸੀਂ ਤੇ ਉਹਨਾਂ ਦੇ ਦੁਸ਼ਮਣ ਹੋਏ ਨਾ। ਸਾਡੇ ਵਿਰੋਧੀਆਂ ਅਸੀਂ ਉਹਨਾਂ ਨੂੰ ਦੁਸ਼ਮਣ ਕਹਿੰਦੇ ਹਾਂ ਜਿਹੜੇ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਵਿਰੋਧ ਕਰਦੇ ਨੇ ਪਰ ਉਸ ਸਿੱਖੀ ਵਿਚਾਰਧਾਰਾ ਨੂੰ ਆਪਣੇ ਮਤ ਦੀ ਵਿਰੋਧੀ ਮੰਨਦੇ ਨੇ, ਸਾਨੂੰ ਦੁਸ਼ਮਣ ਮੰਨਦੇ ਨੇ। ਉਹਨਾਂ ਨੇ ਸੋਚਿਆ ਕਿ ਇਸ ਵਿਚਾਰਧਾਰਾ ਨੂੰ, ਗੁਰੂ ਨਾਨਕ ਦੇ ਮਾਰਗ ਨੂੰ ਗੁਰੂ ਨਾਨਕ ਦੇ ਤਰੀਕੇ ਦੇ ਨਾਲ ਹੀ ਖਤਮ ਕੀਤਾ ਜਾਏ। ਇਹ ਗੁਰੂ, ਸ਼ਬਦ ਗੁਰੂ, ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਨੇ ਕਿਹਾ। ਉਹਨਾਂ ਨੇ ਬਹੁਤ ਸਾਰੇ ਹੋਰ ਗ੍ਰੰਥ ਰਚਿਤ ਕਰਵਾ ਦਿੱਤੇ। ਉਹਨਾਂ ਵਿੱਚੋਂ ਇੱਕ ਗ੍ਰੰਥ ਹੈ ਵਚਿੱਤਰ ਨਾਟਕ, ਜਿਸ ਨੂੰ ਹੌਲੀ ਹੌਲੀ ਉਹਨਾਂ ਨੇ ਸਾਡੇ ਵਿੱਚ ਘੁਸਪੈਠ ਕਰਕੇ ਉਸ ਵਚਿੱਤਰ ਨਾਂ ਦਾ ਨਾਟਕ ਨਾਂ ਦੇ ਗ੍ਰੰਥ ਨੂੰ ਨਾਂ ਬਦਲਿਆਂ ਦਸਮ ਗ੍ਰੰਥ, ਫਿਰ ਹੌਲੀ ਹੌਲੀ ਦਸਮ ਛੋਟਾ ਜਿਹਾ ਲਿਖ ਕੇ ਅੱਗੇ ਲਿਖ ਦਿੱਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ। ਔਰ ਇਸ ਵਚਿੱਤਰੀ ਨਾਟਕ ਦੇ ਵਿੱਚ ਉਹਨਾਂ ਨੇ ਸ਼ੈਤਾਨੀ ਇਹ ਕੀਤੀ, ਇਸ ਦੇ ਪੰਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ 1428 ਪੰਨੇ ਲਿਖੇ। ਉਸ ਤੋਂ ਬਾਅਦ ਇਹਨਾਂ ਕੋਲ ਜੋ ਮਟੀਰੀਅਲ ਬਚ ਗਿਆ ਉਸ ਨੂੰ ਇਹਨਾਂ ਨੇ ਲਿਖ ਦਿੱਤਾ ਊੜਾ, ਐੜਾ, ਈੜੀ, ਸੱਸਾ। ਭਾਵ ਸੰਗਤਾਂ ਨੂੰ ਭੁਲੇਖਾ ਪਾਉਣ ਲਈ ਉਹ ਗ੍ਰੰਥ ਦਾ ਵੋਲੀਅਮ ਸਾਈਜ਼ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੀ ਰੱਖਿਆ, ਪੰਨੇ ਵੀ ਓਨੇ ਕੁ ਰੱਖੇ। ਖੈਰ, ਇਸ ਦੀ ਦਾਰ ਨਹੀਂ ਸੀ ਗਲਦੀ। ਸਿੱਖ ਕਿਸੇ ਗ੍ਰੰਥ ਨੂੰ ਨਹੀਂ ਸੀ ਮੰਨਦੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ। ਫਿਰ ਇਸ ਨੇ ਸੋਚਿਆ ਕਿ ਯਾਰ ਹੱਦ ਹੋ ਗਈ, ਮੈਂ ਇਤਨੇ ਪਾਪੜ ਵੇਲੇ ਸਿੱਖ ਮੰਨਦੇ ਹੀ ਨਹੀਂ ਪਏ, ਮੇਰੇ ਪਿੱਛੇ ਨਹੀਂ ਲੱਗਦੇ। ਫਿਰ ਇਹਨਾਂ ਨੇ ਹੋਰ ਇੱਕ ਗੁੱਝੀ ਚਾਲ ਚੱਲੀ। ਇਹਨਾਂ ਨੇ ਸਾਡੀ ਗੁਰਬਾਣੀ ਵਿੱਚ ਤਾਂ ਹੇਰ ਫੇਰ ਨਹੀਂ ਕਰ ਸਕਦੇ ਸਨ। ਕਹਿੰਦੇ ਹੁੰਦੇ ਨਾ, ਜੇ ਸਾਹਮਣੇ ਦਰਵਾਜ਼ੇ ਤੇ ਪਹਿਰੇਦਾਰ ਹੈ ਤਾਂ ਪਿਛਲੇ ਦਰਵਾਜ਼ੇ ਥਾਣੀ ਦਾਖਲ ਹੋ ਜਾਓ। ਕੋਈ ਹੋਰ ਚੋਰ ਮਗੋਰਾ ਲੱਭ ਲਓ, ਕੋਈ ਹੋਈ ਤਾਕੀ, ਕੋਈ ਰੋਸ਼ਨਦਾਨ ਲੱਭ ਲਓ ਜਿੱਥੋਂ ਦੀ ਅੰਦਰ ਦਾਖਲ ਹੋਣਾ। ਇਹ ਸ਼ਾਤਰ ਸਾਡੇ ਵਿਰੋਧੀ ਨੇ ਉਹ ਕੰਮ ਕੀਤਾ। ਕੀ ਕੀਤਾ? ਮੈਂ ਇੱਕ ਬੇਨਤੀ ਇੱਥੇ ਸਾਰੇ ਸਿੱਖ ਸੰਗਤ ਨੂੰ ਕਰ ਦੇਵਾਂ, ਦੁਸ਼ਮਣ ਨੂੰ ਕਦੀ ਹਲਕੇ ਵਿੱਚ ਨਹੀਂ ਲੈਣਾ। ਸਾਨੂੰ ਸਿੱਖਾਂ ਨੂੰ ਗੁੱਸਾ ਬਹੁਤਾ ਆਉਂਦਾ ਹੈ ਪਰ ਅਸੀਂ ਗਿਆਨ ਖੜਗ ਨੂੰ ਬਹੁਤ ਘੱਟ ਵਰਤਦੇ ਹਾਂ। ਇਹੀ ਸਾਡੀ ਹਾਰ ਦਾ, ਇਹੀ ਸਾਡੇ ਪਛੜੇਪਣ ਦਾ ਇੱਕ ਬਹੁਤ ਵੱਡਾ ਕਾਰਨ ਹੈ। ਹਰ ਗੱਲ 'ਤੇ ਅਸੀਂ ਗੁੱਸੇ ਵਿੱਚ ਆ ਜਾਂਦੇ ਹਾਂ। ਉਹ ਜਿਹੜਾ ਸ਼ਾਤਰ ਸਾਡਾ ਵਿਰੋਧੀ ਹੈ ਉਹ ਬਹੁਤ ਦਿਮਾਗੀ ਹੈ। ਉਸਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਪੜ੍ਹਿਆ, ਸਮਝਿਆ, ਉਸ ਨੂੰ ਇਹਦੇ ਸੱਚ ਦਾ ਪਤਾ ਲੱਗ ਗਿਆ। ਉਸ ਸੱਚ ਦਾ ਇਲਾਜ ਉਸ ਦੇ ਅਨੁਸਾਰ ਸਾਨੂੰ ਖਤਮ ਕਰਨ ਲਈ ਉਸਨੇ ਲੱਭ ਲਿਆ ਗੁਰਬਾਣੀ ਦੀਆਂ ਤੁਕਾਂ ਦੇ ਗਲਤ ਅਰਥ ਕਰਨੇ, ਗਲਤ ਜਗ੍ਹਾ ਤੋੜ ਮਰੋੜ ਕੇ ਫਿੱਟ ਕਰਕੇ ਗਲਤ ਅਰਥ ਕਰਕੇ ਸਾਨੂੰ ਗੁਰਬਾਣੀ ਦੁਆਰਾ ਹੀ ਗੁੰਮਰਾਹ ਕਰਨਾ। ਉਹਦੇ ਲਈ ਬਹੁਤ ਸਾਰੀਆਂ ਸਿੱਖੀ ਸਰੂਪ ਵਾਲੀਆਂ ਸੰਸਥਾਵਾਂ, ਜਥੇਬੰਦੀਆਂ ਉਸਨੇ ਸਾਡੇ ਵਿੱਚ ਘੁਸਪੈਠ ਕਰਕੇ ਬਣਾ ਲਈਆਂ। 10 ਸਿੱਖ ਇਕੱਠੇ ਬੈਠ ਜਾਣ, ਉਹ 10 ਮਿੰਟ ਵੀ
ਗੁਰਮਤਿ ਦੀਆਂ ਵਿਚਾਰਾਂ ਨਹੀਂ ਕਰ ਸਕਦੇ। ਉਸ ਦਾ ਕਾਰਨ ਇਹ ਹੀ ਹੈ ਕਿ ਉਹ 10 ਦੇ 10 ਅਲੱਗ-ਅਲੱਗ 10 ਜਥੇਬੰਦੀਆਂ ਨਾਲ ਸੰਬੰਧ ਰੱਖਦੇ ਨੇ। ਹਰ ਬੰਦੇ ਨੂੰ ਆਪਣੇ ਜਥੇਬੰਦੀ ਬਹੁਤ ਮਹਾਨ ਲੱਗਦੀ ਹੈ, ਉਹ ਦੂਜੇ ਦੀ ਗੱਲ ਨਾ ਸੁਣਦਾ, ਨਾ ਮੰਨਦਾ, ਨਾ ਵਿਚਾਰਦਾ। ਖੈਰ, ਦੁਸ਼ਮਣ ਨੇ ਇਹ ਦੇਖਿਆ ਕਿ ਯਾਰ ਇਹ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਕੁਝ ਲਿਖ ਨਹੀਂ ਸਕਦੇ। ਉਹਨਾਂ ਨੇ ਫਿਰ ਗੁਟਕੇ, ਪੋਥੀਆਂ, ਇਹਨਾਂ ਨੂੰ ਹਥਿਆਰ ਬਣਾਇਆ ਔਰ ਬਾਣੀਆਂ ਉਹ ਚੁਣੀਆਂ ਜਿਨ੍ਹਾਂ ਬਾਣੀਆਂ ਵਿੱਚ ਪੰਚਮ ਪਾਤਸ਼ਾਹ ਜੀ ਨੇ 2 ਜਾਂ 3 ਸਤਿਗੁਰਾਂ ਦੀ ਬਾਣੀ ਨੂੰ ਕੰਪਾਈਲ ਕੀਤਾ ਸੀ, ਇਕੱਠਾ ਕਰਕੇ ਇੱਕ ਬਾਣੀ ਦੀ ਰਚਨਾ ਕਰ ਦਿੱਤੀ। ਇਸ ਨੂੰ ਇਹ ਸੌਖਾ ਤਰੀਕਾ ਲੱਭਿਆ ਕਿ ਇਹਨਾਂ ਬਾਣੀਆਂ ਵਿੱਚ ਜਿੱਥੇ ਪਹਿਲਾਂ ਹੀ 2-3 ਪਾਤਸ਼ਾਹਾਂ ਦੀਆਂ ਬਾਣੀਆਂ, ਉੱਥੇ ਕੁਝ ਹੋਰ ਬਾਣੀਆਂ ਰਲਾ ਦਿਓ। ਪਹਿਲਾਂ ਤਾਂ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਹੋਰ ਵਾਧੂ ਸ਼ਬਦ ਰਲਾਉਂਦਾ, ਸਿੱਖ ਚੁੱਪ ਰਹਿੰਦੇ ਨੇ। ਆਖਰ ਫਿਰ ਇਹ ਆਖਰੀ ਹਥਿਆਰ ਵਰਤਦਾ, ਉਹ ਬਾਣੀਆਂ, ਉਹ ਰਚਨਾਵਾਂ ਦਾਖਲ ਕਰ ਦਿੰਦਾ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਹਨ। ਆਓ ਅਸੀਂ ਅੱਜ ਸੋਦਰ ਰਹਿਰਾਸ, ਜਿਸ ਨੂੰ ਰਹਿਰਾਸ ਸਾਹਿਬ ਕਹਿੰਦੇ ਆ, ਸ਼ਾਮ ਦੇ ਟਾਈਮ ਗੁਰਦੁਆਰਿਆਂ ਵਿੱਚ ਪੜ੍ਹੀ ਜਾਂਦੀ ਹੈ, ਉਸ ਦੇ ਬਾਰੇ ਵਿਚਾਰ ਕਰਨੇ ਆ। ਅਸੀਂ ਜਾਣਦੇ ਹਾਂ ਕਿ ਜਪਜੀ ਸਾਹਿਬ ਪੰਨਾ ਨੰਬਰ, ਅੰਕ ਨੰਬਰ 1 ਤੋਂ ਲੈ ਕੇ 8 ਤੱਕ ਅੰਕਿਤ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਉਸ ਤੋਂ ਬਾਅਦ 8 ਨੰਬਰ ਅੰਕ ਤੋਂ ਲੈ ਕੇ ਔਰ 12 ਨੰਬਰ ਅੰਕ ਤੱਕ 2 ਸਿਰਲੇਖਾਂ ਤਹਿਤ 9 ਸ਼ਬਦ ਅੰਕਿਤ ਹਨ। ਉਹ 2 ਸਿਰਲੇਖ ਕਿਹੜੇ ਨੇ? ਸੋਦਰ ਅਤੇ ਸੋਪੁਰਖ। ਸੋਦਰ ਦੇ ਸਿਰਲੇਖ ਤਹਿਤ 5 ਸ਼ਬਦ ਅੰਕਿਤ ਹਨ। ਇਹਨਾਂ 5 ਸ਼ਬਦਾਂ ਵਿੱਚੋਂ 3 ਸ਼ਬਦ ਗੁਰੂ ਨਾਨਕ ਪਾਤਸ਼ਾਹ ਪਹਿਲੀ ਪਾਤਸ਼ਾਹ ਦੇ ਹਨ। ਇਹ ਤਿੰਨੋਂ ਦੇ 3 ਸ਼ਬਦ ਆਸਾ ਰਾਗ ਵਿੱਚ ਹਨ। ਪਹਿਲਾ ਸ਼ਬਦ ਹੈ ਸੋਦਰ ਤੇਰਾ ਕਿਹਾ ਸੋ ਕਰ ਕਿਹਾ। ਦੂਜਾ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਸੁਣ ਵੱਡਾ ਆਖੇ ਸਭ ਕੋਏ। ਤੀਜਾ ਸ਼ਬਦ ਹੈ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ। ਇਹ 3 ਸ਼ਬਦ ਸੋਦਰ ਦੇ ਸਿਰਲੇਖ ਤਹਿਤ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਹਨ। ਚੌਥਾ ਸ਼ਬਦ ਗੁਜਰੀ ਰਾਗ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਚੌਥੇ ਪਾਤਸ਼ਾਹ ਜੀ ਦਾ ਅੰਕਿਤ ਹੈ, ਹਰਿ ਕੇ ਜਨ ਸਤਿਗੁਰ ਸਤਿਪੁਰਖਾ। ਤੇ 5ਵਾਂ ਸ਼ਬਦ ਗੁਜਰੀ ਰਾਗ ਵਿੱਚ ਹੀ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅੰਕਿਤ ਹੈ, ਕਾਹੇ ਰੇ ਮਨ ਚਿੱਤ ਵੈ ਉਦਮ ਜਾਂ ਆਹਿਰ ਹਰ ਜੀਉ ਪਰਿਆ। ਇਹ ਹੈ 5 ਸ਼ਬਦ ਸੋਦਰ ਦੇ ਸਿਰਲੇਖ ਤਹਿਤ। ਉਸ ਤੋਂ ਅੱਗੇ ਸੋਪੁਰਖ ਦੇ ਸਿਰਲੇਖ ਤਹਿਤ 4 ਸ਼ਬਦ ਹਨ। ਉਹਨਾਂ 4 ਸ਼ਬਦਾਂ ਵਿੱਚੋਂ ਪਹਿਲੇ 2 ਸ਼ਬਦ ਜਿਹੜੇ ਨੇ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹਨ। ਇਹ ਦੋਨੋਂ ਦੇ ਇਹ ਸੋਪੁਰਖ ਦੇ ਹੈਡਿੰਗ ਤਹਿਤ ਚਾਰੋਂ ਦੇ ਚਾਰੋਂ ਸ਼ਬਦ ਇੱਕੋ ਰਾਗ ਆਸਾ ਰਾਗ ਵਿੱਚੋਂ ਅੰਕਿਤ ਹਨ। ਪਹਿਲੇ 2 ਸ਼ਬਦ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਕਿਤ ਹਨ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਪਹਿਲਾ ਸ਼ਬਦ। ਦੂਜਾ ਤੂੰ ਕਰਤਾ ਸਚਿਆਰ ਮਹਿੰਡਾ ਸਾਈਂ, ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 2 ਸ਼ਬਦ ਹਨ। ਔਰ ਤੀਜਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ ਆਸਾ ਰਾਗ ਵਿੱਚ ਹੀ, ਤਿਤ ਸਰਵੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਅੰਕਿਤ ਹੈ। ਔਰ ਚੌਥਾ ਸ਼ਬਦ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅੰਕਿਤ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ 9 ਸ਼ਬਦ 9 ਸ਼ਬਦਾਂ ਵਿੱਚੋਂ ਆਸਾ ਰਾਗ ਵਿੱਚ ਹਨ 6 ਸ਼ਬਦ ਤੇ ਗੁਜਰੀ ਰਾਗ ਵਿੱਚ ਹਨ 2 ਸ਼ਬਦ। ਆਸਾ ਰਾਗ ਵਿੱਚ ਹਨ 7 ਸ਼ਬਦ ਤੇ ਗੁਜਰੀ ਰਾਗ ਵਿੱਚ ਹਨ 2 ਸ਼ਬਦ। ਟੋਟਲ 9 ਸ਼ਬਦ ਹੋ ਗਏ। ਔਰ ਇਹਨਾਂ 9 ਸ਼ਬਦਾਂ ਵਿੱਚੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 4 ਸ਼ਬਦ ਹਨ ਔਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 3 ਸ਼ਬਦ ਹਨ ਔਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ 2 ਸ਼ਬਦ ਹਨ।
ਇਹ ਜੋ ਸਾਨੂੰ ਲੱਗਦਾ ਹੈ ਕਿ ਇਹ ਸਾਡੇ ਸਤਿਗੁਰੂ ਜਿਵੇਂ ਜਪਜੀ ਸਾਹਿਬ ਜਿਸ ਨੂੰ ਕਹਿੰਦੇ ਆ, ਇਹ ਸਵੇਰ ਦਾ ਨਿਤਨੇਮ ਹੋ ਸਕਦਾ ਹੈ। ਇਹ ਅੱਗੋਂ ਇਹ 9 ਸ਼ਬਦ ਸਾਡੇ ਸਤਿਗੁਰੂ ਹੋ ਸਕਦਾ ਹੈ ਸਾਡੇ ਲਈ ਸ਼ਾਮ ਦੇ ਵੇਲੇ ਆਪਣੇ ਸੱਚ ਨਾਲ ਜੁੜਨ ਦਾ ਉਪਰਾਲਾ ਕਰਨ ਲਈ ਇਹ ਸਾਡਾ ਨਿਤਨੇਮ ਬਣਾ ਕੇ ਗਏ ਹੋ ਸਕਦੇ ਹਨ, ਕਿਉਂਕਿ ਇਹ ਸ਼ਬਦ 9 ਦੇ 9 ਸ਼ਬਦ ਅੱਗੋਂ ਰਾਗਾਂ ਦੀ ਤਰਤੀਬ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ। ਇਸ ਤੋਂ ਸਾਨੂੰ ਇੱਦਾਂ ਅਨੁਭਵ ਹੁੰਦਾ ਹੈ ਕਿ ਇਹ ਸਤਿਗੁਰੂ ਜੀ ਰਾਗਾਂ ਵਿੱਚੋਂ ਕੱਢ ਕੇ ਇਹਨਾਂ ਸ਼ਬਦਾਂ ਨੂੰ ਇੱਥੇ ਅੱਗੇ ਲਿਖ ਰਹੇ ਨੇ ਅਤੇ ਉਹਨਾਂ ਦਾ ਜ਼ਰੂਰ ਕੋਈ ਨਾ ਕੋਈ ਮਕਸਦ ਹੈ, ਕੋਈ ਨਾ ਕੋਈ ਪਰਪਸ ਹੈ। ਇਸੇ ਕਰਕੇ ਉਹਨਾਂ ਨੇ ਇਹਨਾਂ ਨੂੰ 2 ਵਾਰ ਲਿਖ ਦਿੱਤਾ, ਰਾਗਾਂ ਵਿੱਚ ਵੀ ਲਿਖ ਦਿੱਤਾ ਔਰ ਇੱਥੇ ਵੀ ਲਿਖ ਦਿੱਤਾ। ਇਹ ਸਾਡੇ ਦੁਸ਼ਮਣ ਨੂੰ ਇਹ ਬਹੁਤ ਸੋਹਣਾ ਮੌਕਾ ਮਿਲਿਆ ਵੀ ਇਹਦੇ ਵਿੱਚ 3 ਗੁਰੂ ਪਾਤਸ਼ਾਹ ਦੀ ਬਾਣੀ ਹੈ ਔਰ ਗੁਟਕਿਆਂ ਵਾਲਾ ਪ੍ਰਚਲਨ ਤੇ ਚੱਲ ਗਿਆ ਸੀ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਦਾਖਲਾ ਤਾਂ ਰੋਕਿਆ ਹੋਇਆ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਸਾਡੀਆਂ ਸੰਸਥਾਵਾਂ, ਸਾਡੇ ਵਿਦਵਾਨ ਇਹ ਕਿਉਂ ਸੁੱਤੇ ਪਏ ਨੇ। ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਅਦਲਾ ਬਦਲੀ ਕਰਨੀ ਅਲਾਉਡ ਨਹੀਂ ਹੈ, ਉਸ ਦੀ ਆਗਿਆ ਨਹੀਂ ਹੈ, ਇਸ ਨੂੰ ਬੁਰਾ ਮੰਨਿਆ ਜਾਂਦਾ, ਸਿੱਖ ਦੋਖੀ ਦਾ ਕੰਮ ਮੰਨਿਆ ਜਾਂਦਾ, ਫਿਰ ਗੁਟਕਿਆਂ ਵਿੱਚ ਜਿਹੜੇ ਅਦਲਾ ਬਦਲੀ ਕਰਦੇ ਉਹਨਾਂ ਲਈ ਕੋਈ ਸਜ਼ਾ ਕਿਉਂ ਨਹੀਂ, ਉਹਨਾਂ ਨੂੰ ਰੋਕਣ ਲਈ ਕੋਈ ਉਪਰਾਲਾ ਕਿਉਂ ਨਹੀਂ? ਕਿਉਂਕਿ ਚੋਰ ਨੇ ਤੁਹਾਡੇ ਘਰ ਵੜਨਾ, ਮੇਨ ਗੇਟ 'ਤੇ ਮੁੱਖ ਗੇਟ 'ਤੇ ਹਾਈ ਕਲਾਸ ਸਿਕਿਉਰਿਟੀ ਲਾ ਦਿਓ, ਪਿਛਲਾ ਗੇਟ 'ਤੇ ਸੁੰਨਾ ਪਿਆ, ਫਿਰ ਉਹ ਅਗਲੇ ਗੇਟ ਥਾਣੀ ਕਿਉਂ ਵੜੇਗਾ? ਉਹ ਪਿੱਛੋਂ ਦੀ ਵੜ ਜਾਏਗਾ। ਪੋਥੀਆਂ, ਗੁਟਕੇ, ਸੈਂਚੀਆਂ, ਇਹਨਾਂ 'ਤੇ ਕਾਬੂ ਕੌਣ ਰੱਖੇਗਾ? ਖੁੱਲ੍ਹ ਦਿੱਤੀ ਹੋਈ ਹੈ ਔਰ ਖੁੱਲ੍ਹ ਦੇ ਕਾਰਨ ਕੀ ਹੋਇਆ? ਇਹ ਸ਼ੈਤਾਨ ਬੰਦਿਆਂ ਨੇ ਇਹਨਾਂ 9 ਸ਼ਬਦਾਂ ਦੇ ਵਿੱਚ ਇੱਕ ਰਚਨਾ ਐਡ ਕਰ ਦਿੱਤੀ, ਹੋਰ ਲਿਖ ਦਿੱਤੀ, ਜਿਸ ਦਾ ਨਾਂ ਹੈ ਕਵਿਓ ਬਾਚ ਬੇਨਤੀ ਚੌਪਈ। ਅੱਜ ਦੀ ਪੂਰੀ ਵਿਚਾਰ ਦਾ ਆਧਾਰ ਇਹੀ ਰਚਨਾ ਹੈ ਔਰ ਇਹ ਰਚਨਾ ਸਾਡੇ ਸਿੱਖਾਂ ਦੇ ਦਿਲੋਂ ਦਿਮਾਗ ਵਿੱਚ ਇੱਦਾਂ ਰਚ ਵਿੱਚ ਗਈ ਹੈ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਤਾਂ ਭਾਵੇਂ ਸਿੱਖ ਨੂੰ ਕੋਈ ਸ਼ਬਦ ਨਾ ਆਉਂਦਾ ਹੋਵੇ, ਪਰ ਆਹ ਰਚਨਾ ਹਰ ਵੇਲੇ ਤੋਤੇ ਵਾਂਗੂ ਸਿੱਖ ਰੱਟਦੇ ਨੇ, ਹਮਰੀ ਕਰੋ ਹਾਥ ਦੇ ਰੱਛਾ, ਹਮਰੀ ਕਰੋ ਹਾਥ ਦੇ ਰੱਛਾ। ਇਸ ਰਚਨਾ ਨੂੰ ਇਸ ਬਾਣੀ ਦੇ ਨਾਲ ਜੋੜ ਦਿੱਤਾ। ਇਹ ਰਚਨਾ ਆਈ ਕਿੱਥੋਂ? ਇਸ ਦੇ ਬਾਰੇ ਵਿੱਚ ਮੈਂ ਦੱਸ ਦੇਵਾਂ। ਜੋ ਵਿਚਿੱਤਰੀ ਨਾਟਕ ਹੈ ਨਾ, ਵਿਚਿੱਤਰ ਨਾਟਕ, ਜਿਸ ਨੂੰ ਇਹ ਸ਼ੈਤਾਨ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਮੜ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ। ਇਸ ਉੱਤੇ ਮੈਂ 2 ਵੀਡੀਓ ਬਣਾਈਆਂ ਹੋਈਆਂ, ਜੇ ਕਿਸੇ ਵੀਰ ਨੂੰ ਚਾਹੀਦੀ ਹੋਵੇ ਉਹ ਕਮੈਂਟ ਬਾਕਸ ਵਿੱਚ ਲਿਖ ਦੇਵੇ, ਮੈਂ ਉਹ ਦੋਨੋਂ ਵੀਡੀਓ ਭੇਜ ਦੇਵਾਂਗਾ। ਪਤਾ ਲੱਗ ਜਾਵੇ ਕਿ ਭਾਈ ਇਹ ਜਿਹੜੀ ਰਚਨਾ ਹੈ ਬੇਨਤੀ ਚੌਪਈ, ਕਵਿਓ ਬਾਚ ਬੇਨਤੀ ਚੌਪਈ, ਇਹ ਕਿੱਥੋਂ ਆਈ? ਇਸ ਦਾ ਇਸ਼ਟ ਕੌਣ ਹੈ? ਇਸ ਦਾ ਆਧਾਰ ਕੀ ਹੈ? ਪਤਾ ਲੱਗ ਜਾਵੇ। ਮੈਂ ਇੱਥੇ ਇੱਕ ਹੋਰ ਬੇਨਤੀ ਕਰਦੇ, ਮੈਂ ਭੁੱਲ ਜਾਇਆ ਕਰਦਾ, ਇਹ ਖੋਜ ਦਾ ਵਿਸ਼ਾ ਹੈ, ਇਹ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ, ਸਾਰੀਆਂ ਸੰਗਤਾਂ ਦਾ ਸਹਿਯੋਗ ਚਾਹੀਦਾ। ਮੈਂ YouTube ਚੈਨਲ ਖੋਲ੍ਹਿਆ, ਤੁਹਾਡਾ ਸਹਿਯੋਗ ਇਹ ਚਾਹੀਦਾ ਹੈ ਕਿ ਤੁਸੀਂ, ਜੇਕਰ ਤੁਹਾਨੂੰ ਨਵੀਂ ਖੋਜ ਨਾਲ ਤੁਸੀਂ ਜੁੜਨਾ ਹੈ, ਪਸੰਦ ਕਰਦੇ ਹੋ, ਚੰਗਾ ਲੱਗਦਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਸਾਂਝਾ ਕਰੋ ਔਰ ਵੀਡੀਓ ਨੂੰ ਪਸੰਦ ਵੀ ਕਰੋ, ਤਾਂ ਕਿ ਪਤਾ ਲੱਗੇ ਕਿ ਕਿੰਨੀਆਂ ਕੁ ਸੰਗਤਾਂ, ਕਿੰਨੇ ਕੁ ਵੀਰ ਭੈਣ ਗੁਰੂ ਨਾਨਕ ਦੇ ਮਾਰਗ ਨਾਲ ਜੁੜਨਾ ਚਾਹੁੰਦੇ, ਸੱਚ ਨਾਲ ਜੁੜਨਾ ਚਾਹੁੰਦੇ। ਕਿਉਂਕਿ ਸਾਨੂੰ ਬਹੁਤ ਹੀ ਘੁਮਾਇਆ ਗਿਆ, ਸਾਨੂੰ ਬੜਿਆਂ ਭੁਲੇਖਿਆਂ ਵਿੱਚ ਪਾਇਆ ਗਿਆ। ਇਹ ਹੌਲੀ ਹੌਲੀ ਕਰਕੇ ਚੁਣ ਕੇ ਉਹ ਸਾਰੀਆਂ ਜਿਹੜੀਆਂ ਗਲਤ ਰਵਾਇਤਾਂ, ਗਲਤ ਗੱਲਾਂ ਸਾਡੇ ਵਿੱਚ ਆਈਆਂ ਹਨ, ਉਹਨਾਂ ਨੂੰ ਅਸੀਂ ਹੌਲੀ ਹੌਲੀ ਕੱਢ ਕੇ ਗੁਰਮਤਿ ਤੋਂ ਪਾਸੇ ਕਿਨਾਰੇ ਕਰਨਾ। ਜਿਵੇਂ ਬੀਬੀਆਂ ਕੰਕਰ ਪੱਥਰ ਨਹੀਂ ਚੁਗਦੀਆਂ ਹੁੰਦੀਆਂ, ਕੋਈ ਦਾਲ ਦੇ ਵਿੱਚੋਂ ਜਾਂ ਦਾਣਿਆਂ ਵਿੱਚੋਂ
ਕੱਲਾ ਕੱਲਾ ਚੁਗਣਾ ਪੈਂਦਾ। ਜੇ ਇੱਕ ਵੀ ਰਹਿ ਜੇ ਤੇ ਮੂੰਹ ਦੇ ਵਿੱਚ ਜਦੋਂ ਮਿੱਟੀ ਕੰਕਰ ਪੱਥਰ ਆਉਂਦਾ ਸਾਰੇ ਖਾਣੇ ਦਾ ਸਵਾਦ ਬੇਸਵਾਦੀ ਹੋ ਜਾਂਦਾ। ਸੋ ਮੈਂ ਬੇਨਤੀ ਕਰਦਾ ਸਾਰਿਆਂ ਦਾ ਸਹਿਯੋਗ ਦੀ ਲੋੜ ਹੈ, ਤੋ ਸਹਿਯੋਗ ਦਿਓ। ਆਓ ਅਸੀਂ ਗੱਲ ਨੂੰ ਅੱਗੇ ਤੋਰਦੇ ਹਾਂ ਕਿ ਇਹ ਜਿਹੜਾ ਸ਼ਾਤਰ ਬੰਦਾ ਸੀ ਇਸ ਨੇ ਕੀ ਕੀਤਾ। ਇਹ ਚੌਪਈ ਨਾਂ ਦੀ ਜਿਹੜੀ ਰਚਨਾ, ਇਹ ਤ੍ਰਿਆ ਚਰਿੱਤਰ 404, ਪਹਿਲਾਂ 5 ਹੁੰਦੇ ਸੀ, 5ਵਾਂ ਹੁਣ ਪਤਾ ਨਹੀਂ ਮਿਸ ਹੋ ਗਿਆ। 4 ਚਰਿੱਤਰ ਵਿਚਿੱਤਰ ਨਾਟਕ ਵਿੱਚ ਲਿਖੇ ਹੋਏ ਹਨ। ਇਹ ਤ੍ਰਿਆ ਚਰਿੱਤਰ, ਚਰਿੱਤਰੋਪਖਿਆਨ ਉਸ ਦਾ ਨਾਮ ਹੈ। ਇਹ ਆਖਰੀ ਚਰਿੱਤਰ 404 ਨੰਬਰ ਚਰਿੱਤਰ, ਉਸ ਦੇ ਟੋਟਲ ਬੰਦ ਨੇ 405। 405 ਬੰਦਾਂ ਵਿੱਚੋਂ 377 ਬੰਦ ਤੋਂ ਲੈ ਕੇ 401 ਬੰਦ ਤੱਕ ਟੋਟਲ 25 ਬੰਦ ਇਸ ਰਚਨਾ ਦੇ ਬਣਾ ਕੇ ਕਵਿਓਵਾਚ ਬੇਨਤੀ 'ਚ ਪਏ। ਇਹ ਸਾਡੇ ਅੰਮ੍ਰਿਤਮਈ ਬਾਣੀ ਸੋਦਰ ਰਹਿਰਾਸ ਦੇ ਸ਼ਬਦਾਂ ਦੇ ਪਿੱਛੇ 25 ਬੰਦ ਜੋ 404 ਨੰਬਰ ਚਰਿੱਤਰ ਵਿੱਚੋਂ ਕੱਢ ਕੇ ਬੰਦ ਨੰਬਰ 377 ਤੋਂ ਲੈ ਕੇ 401 ਤੱਕ ਇਹਦੇ ਪਿੱਛੇ ਜੋੜ ਦਿੱਤਾ ਗਿਆ। ਔਰ ਭੁਲੇਖਾ ਪਾਉਣ ਲਈ ਕਿ ਇਹ ਜਿਹੜੀ ਉਸਤਤ ਹੈ ਉਹ ਅਕਾਲ ਪੁਰਖ ਦੀ ਹੈ, ਇਹ ਜਿਹੜੀ ਬੇਨਤੀ ਹੈ ਉਹ ਅਕਾਲ ਪੁਰਖ ਅੱਗੇ ਕੀਤੀ ਜਾ ਰਹੀ ਹੈ, ਇਹਦੇ ਪਿੱਛੇ ਇੱਕ ਸਵਈਆ ਜੋੜ ਦਿੱਤਾ ਗਿਆ ਤੇ ਇੱਕ ਦੋਹਰਾ ਜੋੜ ਦਿੱਤਾ ਗਿਆ ਤਾਂ ਕਿ ਲੋਕਾਂ ਨੂੰ ਭੁਲੇਖਾ ਪਵੇ ਕਿ ਇਹ ਜਿਹੜੀ ਰਚਨਾ ਹੈ ਇਹ ਬਿਲਕੁਲ ਗੁਰਮਤਿ ਅਨੁਸਾਰੀ ਹੈ। ਹਾਲਾਂਕਿ ਆ ਜਿਹੜਾ ਸਵਈਆ ਅਸੀਂ ਹੁਣ ਪੜ੍ਹਨਾ ਹੈ ਇਹ 404 ਚਰਿੱਤਰ ਦਾ ਹਿੱਸਾ ਨਹੀਂ ਹੈ। ਦੁਬਾਰਾ ਦੱਸਦਾ, ਇਹ ਸਵਈਆ ਅੱਗੇ ਜਿਹੜਾ ਦੋਹਰਾ ਅਸੀਂ ਪੜ੍ਹਨਾ ਹੈ ਉਹ 404 ਚਰਿੱਤਰ ਦਾ ਹਿੱਸਾ ਨਹੀਂ ਹੈ। ਸਿਰਫ ਸਾਨੂੰ ਵਰਗਲਾਉਣ ਲਈ, ਸਾਨੂੰ ਬੁੱਧੂ ਬਣਾਉਣ ਲਈ ਇਹ ਸ਼ਰਾਰਤੀ ਲੋਕਾਂ ਨੇ ਇਹ ਸਭ ਕੁਝ ਲਿਖਿਆ ਹੈ। ਇਹ ਦੋਨੋਂ ਚੀਜ਼ਾਂ ਵੀ ਵਿਚਿੱਤਰ ਨਾਟਕ ਵਿੱਚੋਂ ਹੀ ਹਨ। ਵਿਚਿੱਤਰ ਨਾਟਕ ਦੇ ਵਿੱਚ ਕਈ ਜਗ੍ਹਾ ਐਸਾ ਹੈ, ਇੰਜ ਲੱਗਦਾ ਕਿ ਇਹ ਹਿੰਦੂ ਮਤ ਦੀਆਂ ਰਹੁ ਰੀਤਾਂ ਨੂੰ ਮੰਨਦਾ ਨਹੀਂ ਹੈ, ਪਰ ਪੂਰੇ ਵਿਚਿੱਤਰ ਨਾਟਕ ਵਿੱਚ ਦੇਵੀ ਦੀ ਉਸਤਤ ਦੀ ਹੀ ਭਰਮਾਰ ਹੈ। ਚੰਡੀ ਦੀ, ਦੁਰਗਾ ਦੀ, ਸ਼ਿਵਾ ਦੀ, ਦੇਵੀ ਦੇ ਅਲੱਗ-ਅਲੱਗ ਨਾਵਾਂ ਤਹਿਤ ਦੇਵੀ ਦੀ ਉਸਤਤ ਹੈ। ਪਰ ਵਿੱਚ ਇੱਦਾਂ ਦੇ ਸ਼ਬਦ ਲਿਖੇ ਨੇ ਜਿਹੜਾ ਹੁਣ ਮੈਂ ਪੜ੍ਹਨ ਜਾ ਰਿਹਾ, ਉਹ ਤੋਂ ਇੰਝ ਲੱਗਦਾ ਹੈ ਕਿ ਇਹ ਅਕਾਲ ਪੁਰਖ ਦੀ ਕੋਈ ਉਸਤਤ ਹੋ ਰਹੀ ਹੈ। ਆ ਸੁਣੋ ਸਵਈਆ। ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆँख ਧਰੇ ਨਹੀਂ ਆਨਿਓ, राम रहीम पुराण कुरान अनेक कहें मत एक न मान्यो, सिमरत शास्त्र वेद सब बहु भेद कहें हम एक न जान्यो, श्री असपान कृपा तुमरी कर मैं ना कहूँ, मैं ना कहो सब तोहे वखान्यो। ये इसलिए ऐड किया गया जिदा सुहागा फेरना होंदा ना, किसी नूं भुलेखा पाउणा हुंदा भी देखो जी गुरु गोबिंद सिंह जी कह रहे ने कि हे अकाल पुरख, जदों दे मैं तेरे चरनी लगा, तेरे चरनां विच आया हाँ, मैं किसी नूं अपनी अख थले नहीं रखदा, और राम रहीम पुराण कुरान अनेक कहें मत एक ना मान्यो, मैं एक उन्हां दियां गल्लां नूं मत नूं नहीं मनदा। भई जदों विचित्र नाटक पूरा पढ़ के सुनाया, मेरियां घट्टो घट्ट 40-50 वीडियो इहदे विच बणीਆਂ होईਆਂ, ਉਹਦੇ ਵਿੱਚ ਲੱਭ ਲਿਓ ਵੀ ਕਿੱਥੇ ਕੀ ਲੱਭਦੀ ਗੁਰਮਤਿ ਦੀ ਗੱਲ, ਕੁਝ ਵੀ ਨਹੀਂ। ਪਰ ਭੁਲੇਖਾ ਪਾਓ, ਦੇਖੋ ਜੀ ਰਾਮ ਰਹੀਮ ਪੁਰਾਣ ਕੁਰਾਨ ਨੂੰ ਨਹੀਂ ਮੰਨਦੇ ਗੁਰੂ ਗੋਬਿੰਦ ਸਿੰਘ। ਭਾਈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ, ਭੁਲੇਖਾ ਪਾਓ ਰਚਨਾ ਹੈ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ, ਉਹ ਸਿਮਰਤੀਆਂ ਸ਼ਾਸਤਰਾਂ ਨੂੰ ਇੱਥੇ ਨਕਾਰਦੇ ਨੇ ਇਸ ਜਿਹੜਾ ਸਵਈਏ ਦੇ ਵਿੱਚ। ਪਰ ਇਹ ਤ੍ਰਿਆ ਚਰਿੱਤਰ ਦਾ ਇਹ ਕਵਿਓਵਾਚ ਬੇਨਤੀ ਚੌਪਈ ਦਾ ਹਿੱਸਾ ਨਹੀਂ ਹੈ, ਕਿਤੇ ਹੋਰ ਲਿਆ ਕੇ ਇੱਥੇ ਜੋੜ ਦਿੱਤਾ ਗਿਆ। ਸਾਨੂੰ ਮੂਰਖ ਬਣਾਉਣ ਲਈ, ਸਾਨੂੰ ਬੁੱਧੂ ਬਣਾਉਣ ਲਈ
ये सब कुछ कीता गया। श्री असपान कृपा तुमरी कर असपान, खड़ग केत महाकाल। वो नंगा जिहड़ा घुमदा, जिहड़ा कपड़े नहीं पाउंदा, वस्त्र ही हवा ही उसके वस्त्र हैं, पावन अल्फ नंगा है, बड़ियां बड़ियां दाड़ां वाला, कई कई हत्थां वाला, मनुखां नूं जिउंदे चब जांदा है। वो है असपान कृपा तुमरी कर श्री असपान। ये खड़ग केत वो है, ਉਹਦੀ ਉਸਤਤ ਕੀਤੀ गई है। अगला अगे ये लिखा दोहरा, सगल द्वार को छाड़ के गयो तुहार हो द्वार। महाकाल के द्वार गए, अकाल पुरख के द्वार नहीं गए, भुलेखे ना खाओ। वाहें गए कि लाज अस गोबिंद दास तुहार। तेरे दर ते आया, मेरी बांह फड़ लै, अब मेरे दर ते आए दी लाज रख लै। मतलब सानू बरगलाउण लई ये गोल माल करके सारा ये लिखा गया। इस तो अगे तुहानू मैं गल दसनी चाहुंदा, शैतानी इन्नी वड्डी है कि जेकर ये रचना नू सौदा रहरास दे पाठ दे अखीर विच लाया हुंदा ना, तो सिख संगतां ने सियाणे बंदियां ने की कहना सी, भई इत्थों तक पढ़नी है। पर इन्हां ने की कीता, इन्हां ने इस रचना नू 9 शब्दों तो बाद लाया। उदों बाद च आनंद साहब दे 6 शब्द ला दिते, पहले 5 पौड़ियां ते आखिरी पौड़ी। उदों बाद च भोग वाले 2 शब्द ला दिते, तां कि हुण जिद्दां गड्डी दे डब्बियां दे सेंटर विच वो डब्बे ला दिओ जिन्हां नूं जिहड़े गड्डी दा हिस्सा ना होण, ते अगे पिछे बंदा देख के देखदा वे गड्डी ओही उत्थे जाण वाली है। ਜਿਹੜੇ ਦੁਸ਼ਮਣਾਂ ਦੇ ਡੱਬੇ ਦੋ ਵਿੱਚ ਲਾ ਦਿਓ, ਉਹ ਨਾਲ ਹੀ ਤੁਹਾਡੇ ਜਿੱਥੇ ਸਿਕਿਉਰਿਟੀ ਹਾਈ ਸਿਕਿਉਰਿਟੀ ਜ਼ੋਨ ਦੇ ਵਿੱਚ ਚਲੇ ਜਾਣਗੇ, ਉੱਥੇ ਤਬਾਹੀ ਮਚਾਉਣਗੇ। ਇਸ ਜਾਣ ਬੁੱਝ ਕੇ ਕੀਤਾ ਗਿਆ। ਉਹ ਮੈਨੂੰ ਤਾਂ ਬੜਾ ਹੀ ਲੱਜਿਆ ਆਉਂਦੀ ਹੈ, ਬੜੀ ਸ਼ਰਮ ਮਹਿਸੂਸ ਹੁੰਦੀ ਹੈ। ਉਹ ਸਾਡੇ ਵਿਦਵਾਨ ਸਾਡੇ ਲਈ ਰਹਿਤ ਮਰਜ਼ਾਦਾ ਬਣਾ ਰਹੇ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿੱਥੋਂ ਆ ਗਈ, ਕਿਵੇਂ ਦਰਜ ਹੋ ਗਈ? हाले अमृत संचार में तो अलग नाल बाणियां पढ़िया गई सी ना, इत्थे तो पक्का फिट कर दिता है, गुरबाणी दे विच जड़ दिता कि इत्थे तुसी इस नूं कढ़ना भी तुहाडे लई औखा हो जाना। ये जे किसी ने सचमुची जे कोई सिख समझदा है कि आह बाणी गुरु गोबिंद सिंह दी बाणी है, उसनूं मैं बेनती करनी चाहुंदा हाँ, वो सिख ये 404वां जिहड़ा चरित्र है उसके 400 बंदा पूरियां नूं पढ़ के पहला समझ लवे। फिर जे सारे बंद उसनूं लगदे ने कि ये गुरु गोबिंद सिंह की रचना, आपां किसी नूं रोक नहीं सकते, आपां सिर्फ दस सकते हैं। जिवें देग वरताउण वाला लंगर वरताउण वाला किसी नूं देग जां लंगर दे नहीं सकता, वो वरता सकता है। जे अगला हथ जोड़ देवे नहीं चाहिदा, वो वरताउण वाला कुछ नहीं कर सकता। असी ज्ञान वंड सकते हैं, ज्ञान किसी नूं दिता नहीं जा सकता। ज्ञान लैण वाले की मर्जी है, उसने ज्ञान लैना जां नहीं लैना, ये उसकी इच्छा ते निर्भर करता है। पर सानू कुराहे पाउण लई, सानू गुमराह करन लई ये अमृतमई बाणी दे विच आ जिहड़ा जहर मिलाया गया है, और ये जहर साडे सिखां नूं अमृत लगदा पिया। मैं बार बार कहना, पहला सारे 404 बंद 405 बंद पढ़ लो, फिर जे तुहानूं लगदा है कि ये साडी जो है बाणी का हिस्सा है, यह गुरु की बाणी है, जी सदके मनो तुहाडी खुशी है। एक छोटी जी बेनती मैं इत्थे होर कर देवां, भाई अपने अपने गुरुद्वारियां विच जाके थोड़ा चैक कर लेना। वो जिहड़ी गुटकियां वाली पोथियां वाली अलमारी है ना, उहदे विच सारे गुटके एक दिन कढ़ के एक रुमाला विछा के उत्ते रख लो। फिर उन्होंने सैग्रीगेट करो, अलग अलग उन्होंने ढेरियां बनाओ कि किहड़े किहड़े प्रकाशक ने वो गुटके बनाए हैं, उन्हां अनुसार चैक कर लो। फिर हर प्रकाशक का एक एक गुटका चक के उहदे विचों सौदा रहरास दे पाठ की बनतर नूं देखो, तुहानूं पता लगेगा
कि तुहाडे पल्ले छड्डिया फक्का नहीं है। जिन्ने प्रकाशक हैगे ने उन्हां सारियां ने अपने अपने ढंग नाल सौदर रहरास का पाठ लिखिया होया है। किते 15 मिनट का, किते 20 मिनट लगणगे, किते अद्धा घंटा, किते पौना घंटा। सानू इस तरह उलझा दिता गया कि जिसका कोई हद बनना नहीं है। भई जेकर ए दुचित्तेपन विच ही जीवन बतीत करना है, यह तुहाडी मर्जी है। तो जेकर जरनैली सड़क ते चलना है, गुरु नानक वाले मार्ग ते चलना है, तो फिर तुहानू डांके दी चोट नाल कह देना चाहिए कि भाई असीं अपने धार्मिक संस्था नू ये बेनती करते हैं कि सानू गुरु ग्रंथ साहब दे नालों ना तोड़ो। गुरु ग्रंथ साहब की बाणी विच होर कुछ ना मिलाओ। जे मिलाओगे असीं कढ़ के बाहर रख देना। मैं गल कर देवां, असीं पंथक तौर ते अपने राजनीतिक फैसले, अपने समय सुविधा अनुसार समाजिक फैसले लै सकते हैं। जिथों तक धार्मिक मामलियां दा जो धार्मिक मामलियां की गल है, वो होर कोई फैसला लै सकते हैं, पर गुरबाणी विच होर कुछ रलाउणा जां होर किसी रचना नू गुरबाणी सिद्ध करना, यह सिख पंथ दा, सिख कौम दा काम नहीं। साडे लई गुरबाणी सिर्फ ते सिर्फ श्री गुरु ग्रंथ साहब जी की बाणी है। होर कोई रचना किसी सिख नू चंगी लगती है, वधिया लगती है, वो जिन्नी पढ़नी चाहे उसकी मर्जी है। पर पंथक तौर ते, जमाती तौर ते, संगती रूप विच गुरु ग्रंथ साहब तो अलावा होर कोई रचना, होर कोई बाणी जो है वो वादे नहीं की जा सकती, वो ठोसी नहीं जा सकती, वो मर्यादा विच नहीं लियांदी जा सकती। जे किसी ने लियांदी है, उसने गुरु दा वड्डा गुनाह कीता है, गलती नहीं की, गुनाह है। गुरु दी बाणी विच होर बाणी पढ़न लई असीं किद्दां कह सकते हैं? किहड़े आधार ते कह सकते हैं? किसने हक दिता सानू कि सौदर दे पाठ दे विच बेनती चौपाई रला दिओ? कित्थों अधिकार मिलिया? माफ़ करना, ये तलख भरियां गल्लां चंगियां नहीं लगणगियां, पर यह सच है। सानू खत्म करन लई ये सारे एटम बंब ने। इन्हां नाल असीं सिख कौम तबाह होई पई है, क्योंकि वंडियां विच वंडी हुई है। हर संस्था ने अपना गुटका बनाता। जे गुरु ग्रंथ साहब की बाणी विच फेर बदल नहीं हो सकता, तो गुटकियां दे राही किदां किसी नूं अधिकार फेर बदल करन दा? जिहड़ी बाणी दे नाल जिहड़ी मर्जी तुक ला दिओ। ये फलानी संस्था के अनुसार ये गुटके इहदे विच सुखमनी साहब लिखिया गया, फलानी संस्था के अनुसार। हद तां उदों हो गई, साडे जो दरबार साहब के मुख ग्रंथी कहंदे आनंद साहब की बाणी दे विच भी 40 दियां 40 पौड़ियां तीसरे पातशाह दियां नहीं हन। उहदे विचों एक पौड़ी गुरु रामदास जी ने रचना की है, एक पौड़ी दी गुरु अर्जन देव जी ने रचना है। किड्डा सानू गधी गेड़ विच पाया होया। खालसा जी जागांगे तो चंगी गल है, नहीं तो फिर खज्जल खुआर ते हो रहे हैं। अज दी विचार इत्थे समाप्त करते हैं। विचारां करदे आ कई तरह दीयां भुल्लां गलतियां हो गई होणगियां। माफ़ करना, अगे तो कोशिश करांगे कि गलती ना होवे। आओ फतेह बुलाइए। वाहिगुरू जी का खालसा, वाहिगुरू जी की फतेह।